12 ਮਾਹਾਂ ਦਾ ਪਾਠ ਗੁਰਾਂ ਨੇ ਬਖਸ਼ਿਆ। ਆਓ ਪਿਆਰ ਨਾਲ ਕੱਲ ਤੱਕ ਆਪਾਂ ਜੋ ਤੀਸਰੀ ਤੁਕ ਸੀ ਉਹਦੀ ਦੂਸਰੀ ਤੁਕ ਦੇ ਅੱਧੀ ਵਿਆਖਿਆ ਕੀਤੀ ਸੀ। ਹਰ ਸੱਜਣ ਦਾਵਣ ਲੱਗਿਆ। ਅੱਗੇ ਸਾਨੂੰ ਜੋ ਗੁਰੂ ਨੇ ਅੱਜ ਵਿਸ਼ਾ ਬਖਸ਼ਿਆ ਹੈ, ਕਿਸੇ ਨਾ ਦੇਈ ਬਨ। ਕੋਸ਼ਿਸ਼ ਕਰਾਂਗੇ ਜੇ ਸਮਾਂ ਮਿਲਿਆ ਤੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਤੱਕ ਆਪਾਂ ਪਹੁੰਚ ਸਕੀਏ। ਬਾਕੀ ਅਰਥ ਸੰਖੇਪ ਕਰਕੇ ਇਸ ਹੁਕਮਨਾਮੇ ਨੂੰ ਸੰਕੋਚ ਦੇਣਾ। ਸਤਿਗੁਰੂ ਕਿਰਪਾ ਕਰੇ। ਆਓ ਆਪ ਅਸੀਸ ਬਖਸ਼ੋ। ਗੁਰੂ ਚਰਨਾਂ ਵਿੱਚ ਤੁਸੀਂ ਵਿਰਾਜੇ ਹੋ। ਕੋਸ਼ਿਸ਼ ਕਰਿਆ ਕਰੋ ਸੰਗਤ ਜੀ, ਨਾਮ ਜਪਿਆ ਕਰੋ ਨਾਲ। ਇਹ ਅੱਧਾ ਘੰਟਾ ਇੰਨਾ ਸਫਲਾ ਕਰ ਲੋ, ਇੰਨੀ ਬੈਟਰੀ ਚਾਰਜ ਕਰ ਲੋ ਕਿ ਪੂਰਾ ਦਿਨ ਐ ਖੇੜੇ 'ਚ ਬਤੀਤ ਹੋਵੇ। ਖੱਬਾ ਸੱਜਾ ਨਹੀਂ ਵੇਖਣਾ, ਘੜੀਆਂ ਨਹੀਂ ਵੇਖਣੀਆਂ, ਕਿਉਂਕਿ ਕਥਾ ਦੀ ਸਮਾਪਤੀ ਸਮੇਂ 'ਚ ਹੀ ਕਰੀਦੀ ਆ, ਉਤੋਂ ਨਾ ਪਹਿਲਾਂ। ਹਾਂ 1-2 ਮਿੰਟ ਵੱਧ ਹੋ ਜਾਣ ਵੱਖਰੀ ਗੱਲ, ਤੇ ਜਿੰਨਾ ਚਿਰ ਤੁਸੀਂ ਭਾਗਾਂ ਵਾਲੇ ਹੋ ਸਾਨੂੰ ਤਾਂ ਬੋਲਣਾ ਪੈਂਦਾ, ਤੁਸੀਂ ਸੁਣ ਲੈਂਦੇ ਹੋ। ਬਸ ਸੁਰਤ ਨੂੰ ਨਾਲ ਲੈ ਕੇ ਚੱਲੀ ਚਲੋ। ਸਵਾਸਾਂ 'ਚ ਗੁਰੂ ਗੁਰੂ ਕਰੋ ਤੇ ਵੇਖਿਓ ਕਿੰਨਾ ਆਨੰਦ ਬਣਦਾ। ਆਪਣਾ ਜਿਸਮ ਵੀ ਭੁੱਲ ਜੇ, ਮੈਂ ਕਿੱਧਰ ਨੂੰ ਮੂੰਹ ਕਰਕੇ ਬੈਠਿਆ ਇਹ ਵੀ ਭੁੱਲ ਜੇ। ਬਸ ਸੁਰਤ ਰਵੇ ਤੇ ਗੁਰੂ ਦਾ ਪਿਆਰ ਰਵੇ। ਇਹ ਖੇਡ ਇਦਾਂ ਦੀ ਬਣੇ ਕਿ ਇਹ ਖੇਡ ਫਿਰ ਸਾਰਾ ਦਿਨ ਨਾ ਝੂਟੇ। ਉਦਾਹਰਨ ਵਜੋਂ ਤੁਸੀਂ ਬਚਪਨ 'ਚ ਪੀਂਘਾਂ ਤੇ ਸਾਰਿਆਂ ਨੇ ਝੂਟੀਆਂ ਹੀ ਹੋਣੀਆਂ ਨਾ, ਤੇ ਮਹਾਰਾਜ ਸੱਚੇ ਪਿਤਾ ਇਹ ਉਦਾਹਰਨਾਂ ਬਾਣੀ 'ਚ ਵੀ ਦਿੰਦੇ ਆ। ਗੁਰੂ ਸਾਹਿਬ ਕਹਿੰਦੇ ਘੰਟਾ ਕੁ ਪੀਂਘ ਝੂਟ ਲੈਣੀ ਤੇ ਸਾਰੀ ਦਿਹਾੜੀ ਝੂਟੇ ਹੁੰਦੇ ਰਹਿਣੇ। ਰੋਟੀ ਖਾਂਦੇ ਆ, ਲੰਮੇ ਪੈਂਦੇ ਆ। ਅਸੀਂ ਸਫ਼ਰ ਕਰਦੇ ਆ ਟ੍ਰੇਨਾਂ ਤੇ ਲੰਮਾ, ਤੇ ਉਹ ਸਫ਼ਰ ਕਰਕੇ ਘਰ ਆਣਾ ਤੇ ਕਈ ਵਾਰੀ ਰਾਤ ਨੂੰ ਸੁੱਤਿਆਂ ਪਿਆ ਇਵੇਂ ਹੋਣਾ ਕਿ ਅਜੇ ਵੀ ਸਫ਼ਰ 'ਚ ਹੀ ਆ, ਭਾਵ ਕਿ ਉਹਦਾ ਅਸਰ ਹੋ ਜਾਂਦਾ। ਤੇ ਨਾਮ ਦਾ ਕਿਉਂ ਨਹੀਂ ਅਸਰ ਹੋਵੇਗਾ। ਸਤਿਗੁਰੂ ਚੇਤਾ ਸਾਨੂੰ ਇਹ ਬਖਸ਼ੇ ਜੀ। ਆਓ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਇਸ ਤੁਕ ਦੀ ਜਦੋਂ ਅਸੀਂ ਕੱਲ ਵਿਆਖਿਆ ਕੀਤੀ ਕਿ ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਦੇ ਹਾਂ, ਗੁਰੂ ਸੱਚੇ ਪਿਤਾ ਜੀ ਦੇ ਸੱਜਣ ਨਾਲ, ਮਹਾਰਾਜ ਸੱਚੇ ਪਿਤਾ ਜੀ ਦੇ ਸ਼ਬਦ ਰੂਪੀ ਪੱਲੇ ਦੇ ਆਸਰੇ ਨਾਲ ਜ਼ਿੰਦਗੀ ਨੂੰ ਭੋਗਦੇ ਹਾਂ, ਤੇ ਸੱਚ ਵੇ ਭਾਵੇਂ ਉਹ ਵਕਾਰ ਹੋਵਣ, ਭਾਵੇਂ ਉਹ ਯਮਰਾਜ ਦੇ ਦੂਤ ਹੋਵਣ, ਕਿਸੇ ਪ੍ਰਕਾਰ ਦੇ ਬਾਣ ਨੂੰ ਵਿੱਚ ਉਹ ਫਿਰ ਬੰਨ ਨਹੀਂ ਸਕਦੇ। ਬਸ ਇੱਥੇ ਆਪਾਂ ਅੱਜ ਵਿਚਾਰ ਕਰਨੀ ਆ। ਗੁਰੂ ਸਾਹਿਬ ਦੀ ਬਾਣੀ 'ਚ ਨਾ ਬਾਬਾ ਕਬੀਰ ਜੀ ਦੇ ਸ਼ਲੋਕ ਨੇ 3-4, ਤੇ ਉਹਨਾਂ ਸ਼ਲੋਕਾਂ ਦੇ ਅਰਥ ਧਿਆਨ ਨਾਲ ਸੁਣਿਓ। ਦੁਨੀਆ ਦੇ ਅੰਦਰ ਬੰਦਾ ਪਾਪ ਕਰ ਦਵੇ, ਕੋਈ ਗਲਤੀ ਕਰ ਦਵੇ ਤੇ ਉਹਨੂੰ ਸਜ਼ਾ ਮਿਲਦੀ ਆ। ਕਈ ਵਾਰੀ ਬੰਦੇ ਕੋਲ ਚੰਗਾ ਧਨ ਹੁੰਦਾ, ਸਿਫਾਰਸ਼ਾਂ ਹੁੰਦੀਆਂ, ਬੰਦਾ ਬਰੀ ਹੋ ਜਾਂਦਾ ਜਾਂ ਉੱਥੇ ਤੱਕ ਪਹੁੰਚ ਹੀ ਨਹੀਂ ਪਾਉਂਦਾ, ਬਾਹਰੋਂ ਬਾਹਰ ਹੀ ਉਹਨੂੰ ਜਿਹੜਾ ਸਾਰਾ ਉਹਦਾ ਹਿਸਾਬ ਕਿਤਾਬ ਮੁਕਾ ਦਿੱਤਾ ਜਾਂਦਾ। ਇਹ 'ਚ ਕੋਈ ਸ਼ੱਕ ਨਹੀਂ। ਪਰ ਇੱਕ ਕਾਨੂੰਨ ਇਦਾਂ ਦਾ ਜਿੱਥੇ ਅੱਜ ਤੱਕ ਕਿਸੇ ਦੀ ਨਹੀਂ ਚੱਲੀ, ਤੇ ਜਿਹਨੂੰ ਬਾਣੀ ਨੇ ਅੰਦਰ ਕਿਹਾ ਸੱਚਾ ਤੇਰਾ ਦਰਬਾਰ ਹੈ, ਉਹ ਜਿਹਨੂੰ ਸੱਚਖੰਡ ਸਤਿਗੁਰੂ ਸੱਚੇ ਪਿਤਾ ਜੀ ਕਹਿੰਦੇ। ਮਹਾਰਾਜ ਕਹਿੰਦੇ ਜਿੱਦਣ ਉੱਥੇ ਸਾਡੇ ਕਰਮਾਂ ਦੇ ਲੇਖੇ ਹੋਵਣਗੇ, ਸਾਡੀ ਆਤਮਾ ਦੇ ਲੇਖੇ ਹੋਵਣਗੇ, ਤੇ ਸੱਚ ਜਾਣਿਓ ਜਿਸ ਗੁਰੂ ਘਰ ਨੂੰ ਮੱਥਾ ਟੇਕਦੇ ਹੋ ਉਹ ਗੁਰੂ ਕੀ ਬਾਣੀ ਤਾਂ ਇੱਥੋਂ ਤੱਕ ਕਹਿੰਦੀ ਇੱਕ ਸਵਾਸ ਦੇ ਲੇਖੇ ਹੋਣੇ ਆ। ਪਰ ਉਹ ਸਵਾਸ ਤਾਂ ਸਫਲੇ ਜੇ ਨਾਮ ਜਪਾਂਗੇ, ਬਾਣੀ ਪੜਾਂਗੇ। ਬਾਬਾ ਅਬ ਨਾ ਬਸੂ ਇਹ ਗਾਓ, ਬਾਬਾ ਕਬੀਰ ਜੀ, ਗਾਉ ਦਾ ਭਾਵੇਂ ਇਹ ਸਰੀਰ। ਕਬੀਰ ਜੀ ਨਾ ਉੱਚੀ ਪੁਕਾਰ ਕੇ ਕਹਿੰਦੇ ਮੈਂ ਨਹੀਂ ਬਾਰ-ਬਾਰ ਜੰਮਣਾ, ਮੈਂ ਨਹੀਂ ਇਸ ਸਰੀਰ 'ਚ ਆਉਣਾ। ਕਬੀਰ ਜੀ ਕਿਉਂ ਡਰ ਲੱਗਦਾ? ਉਹ ਕਹਿੰਦੇ ਡਰ ਨਹੀਂ ਲੱਗਦਾ ਤਾਂ ਕਰਕੇ ਕਿਉਂਕਿ ਸਰੀਰ 'ਚ ਰਹਿੰਦਿਆਂ ਬੜੀਆਂ ਭੁੱਲਾਂ ਹੋ ਜਾਂਦੀਆਂ ਨੇ। ਸਰੀਰ 'ਚ ਰਹਿੰਦਿਆਂ ਨਾ ਚਾਹੁੰਦਿਆਂ ਵੀ ਉਹ ਕਰਮ ਹੋ ਜਾਂਦੇ ਆ ਜਿਸ ਕਰਮਾਂ ਦੀ ਰੱਬ ਦੇ ਘਰ ਸਜ਼ਾ ਭੋਗਣੇ ਪੈਂਦੀ। ਘੜੀ ਕਾ ਲੇਖਾ ਮੰਗਿਆ, ਕਿਉਂਕਿ ਉੱਥੇ ਇੱਕ ਘੜੀ ਦਾ ਲੇਖਾ ਮੰਗਿਆ ਜਾਣਾ। ਕਾਇਤ ਚੇਤੂ ਨਾਉ, ਕਾਇਤ ਚੇਤੂ ਨਾਉ ਦਾ ਭਾਵ ਹੈ ਚਿੱਤਰ ਗੁਪਤ। ਸੰਗਤ ਜੀ ਚਿੱਤਰ ਉਹ ਕਰਮ ਜਿਹੜੇ ਪ੍ਰਤੱਖ ਕਰਦੇ ਆ, ਤੇ ਗੁਪਤ ਉਹ ਕੰਮ ਅਸੀਂ ਕਹਿੰਦੇ ਆ ਮੈਨੂੰ ਕਿਹਨੇ ਵੇਖਿਆ, ਪਰ ਸੱਚ ਇਹ ਉਹ ਅੱਗੋਂ ਦੇਖਿਆ ਪਿੱਛੋਂ ਦੇਖਿਆ। ਮਹਾਰਾਜ ਕਹਿੰਦੇ ਉਹ ਗੁਪਤ ਵੀ ਵਰਤ ਜਾਂਦਾ ਤੇ ਉਹ ਚਿੱਤਰ ਰੂਪ ਹੋ ਕੇ ਵੀ ਵਰਤਦਾ, ਤੇ ਉਸ ਕਰਕੇ ਸਾਨੂੰ ਲੇਖੇ ਦੇਣੇ ਪੈਂਦੇ। ਵੇਖੋ ਬਾਬਾ ਜੀ ਦਾ ਉਹ ਅਸੀਂ ਬਚਨ ਕਿ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੋਟੀ ਸੋ ਸਹਿ ਜੋ ਮਰ ਜੀਵਾ ਹੋਏ। ਇਹ ਅਰਥ ਬੜੇ ਸੁਖੈਰ ਨੇ। ਅਸੀਂ ਸ਼ਬਦ ਸੁਣਿਆ ਦੁਨੀਆ ਦੇ ਅੰਦਰ ਨਾ ਜਦੋਂ ਸੁਨਿਆਰ ਸੋਨੇ ਨੂੰ ਪਰਖਦਾ ਨਾ, ਤੇ ਜਿਸ ਪੱਥਰ ਦੇ ਨਾਲ ਸੋਨੇ ਨੂੰ ਰਗੜ ਕੇ ਪਰਦਾ ਉਹਨੂੰ ਕਸਵੱਟੀ ਕਿਹਾ ਜਾਂਦਾ। ਕਸਵੱਟੀ ਕਹਿੰਦੇ ਪੱਥਰ ਨੂੰ, ਕਸ ਲਾਉਣੀ ਉਹਨੂੰ ਪਰਖਣਾ। ਹੁਣ ਕਹਿੰਦੇ ਜੇ ਤੇ ਸੋਨਾ ਖਰਾ ਹੈ, ਜਦੋਂ ਉਹਨੇ ਕਸਵੱਟੀ ਤੇ ਘਸਾਇਆ
ਤੇ ਉਹ ਸੋਨਾ ਖਰਾ ਨਿਕਲਿਆ, ਸੱਚ ਇਵੇਂ ਉਹਦਾ ਮੁੱਲ ਪਿਆ। ਖੋਟਾ ਹੋਵੇ ਤੇ ਉਹ ਪੱਥਰ ਦੱਸ ਦਿੰਦਾ ਇਹ ਇਹਦੇ ਵਿੱਚ ਫਰੇਬ ਹੈ, ਇਹ ਨਹੀਂ ਹੈ ਅਸਲ ਧਾਤ ਸੋਨੇ ਦੀ, ਤੇ ਮਹਾਰਾਜ ਕਹਿੰਦੇ ਉਹ ਫਿਰ ਉਹਦਾ ਮੁੱਲ ਨਹੀਂ ਪੈਂਦਾ। ਸੱਚ ਜਾਣਿਓ, ਸਾਡੇ ਕਰਮ ਨੇ, ਜਦੋਂ ਰੱਬ ਦੇ ਘਰ ਜਾਵਾਂਗੇ ਤੇ ਉੱਥੇ ਪਰਖੇ ਜਾਵਾਂਗੇ, ਤੇ ਜੇ ਸਾਡੇ ਅੰਦਰ ਖੋਟ ਹੋਈ ਤੇ ਬਾਬਾ ਕਬੀਰ ਜੀ ਕਹਿੰਦੇ ਉਸ ਰੱਬ ਦੇ ਘਰ ਸਾਨੂੰ ਥਾਂ ਨਹੀਂ ਮਿਲਣੀ। देखो कबीर कसौटी राम की, झूठा टिकै ना कोई, राम कसौटी सोस है। जेडे कहंदे केड़े लेखे दी गल करदे हो, इत्थे ही नरक स्वर्गे। मैं कहना जे मत्था टेकदे हो ते मन्नीए इन्हां गल्लां नूं, राम कसौटी सोस है। उस घर दे विच परख जदों होनी आ, सानू सच इवें परखिया जाना है। महाराज कहंदे जो मर जीवा होए ओही बच के निकलूगा, जेड़ा जिउंदियां जी मर गया होवेगा। ये बड़ी वड्डी खेर है। जिउंदियां जी मरना ही खालसा बनना है, जिउंदियां जी मरना ही बाबे लहने तो गुरु नानक दी जोत दे मालक बनना है। जिउंदियां जी मरना की है संगत जी? दुनिया अज पब्बां च, क्लब्बां च, ठेकियां ते ऐश प्रस्ती च, जुए च, सच ए हार शिंगार च मस्ते, पर गुरु दा सिख मर गया इन्हां गल्लां वल्लों। यह है जिउंदियां मरना। दुनिया दे लोग 4-4 घंटे सत्थां च खलो के जुआ खेडदे आ, निंदिया चुगली बीबियां करदियां ने, पर तानू गुरु ने मोड़ लिया, तुसी मर गए हो जिउंदियां जी। लोग तानू कहणगे खड़दी नहीं, तुसी कहोगे खड़ी बड़ियां, हुण गुरु ने अकल देती है, नहीं हुण सवास लेखे लाउणे आ। महाराज कहंदे बस इन्नी क कहानी आ कि असीं जिउंदियां जी मर जाइए। ते सच जाणिओ, ਜਿਹੜੇ मरे ਹੁੰਦੇ ਉਹਨਾਂ ਦੀ ਨਿਸ਼ਾਨੀ ਇਹੀ ਹੁੰਦੀ ਆ। ਤੇ ਮੈਂ ਸੰਸਾਰ 'ਚ ਵਿਚਰਦਿਆਂ ਵੇਖਦਾ ਜਿਨ੍ਹਾਂ ਨੂੰ ਅਜੇ ਵੀ ਇਹ ਜੀਵ ਦਾ ਰਸ ਲੱਗਿਆ, ਉਹ 4-4 ਘੰਟੇ ਅਜੇ ਵੀ ਉਹੀ ਚੌਂਕਾਂ ਦੇ ਜਿੱਥੇ 10 ਸਾਲ ਪਹਿਲਾਂ ਸੀ। ਅੱਜ ਵੀ ਉਹੀ ਕਰਮ ਨੇ ਜੋ 20 ਸਾਲ ਪਹਿਲਾਂ ਸੀ, ਪਰ ਜਿਨ੍ਹਾਂ ਤੇ ਗੁਰੂ ਨੇ ਬਖਸ਼ਿਸ਼ ਕਰਤੀ ਉਹ ਕੱਲੇ ਹੋ ਗਏ ਹੁਣ ਸੰਸਾਰ 'ਚ। ਉਹ ਨਹੀਂ ਹੁਣ ਭੀੜਾਂ 'ਚ ਆਉਂਦੇ, ਹੁਣ ਉਹ ਕੇਵਲ ਆਪਣੇ ਗੁਰੂ ਨਾਨਕ ਨਾਲ ਜੁੜੇ ਰਹਿੰਦੇ ਆ, ਬਸ ਉਹਦੀ ਯਾਦ 'ਚ, ਉਹਦੇ ਪ੍ਰੀਤਮ ਦੇ ਪਿਆਰ 'ਚ। ਸੋ ਗੁਰੂ ਸਾਹਿਬ ਸੱਚੇ ਪਿਤਾ ਕਿਰਪਾ ਕਰਨ। ਇੱਕ ਹੋਰ ਸ਼ਲੋਕ ਲੈ ਲਈਏ ਬਾਬਾ ਕਬੀਰ ਜੀ ਦਾ। ਕਬੀਰ ਲੇਖਾ ਦੇਣਾ ਸੋਹਿਲਾ, ਜੋ ਦਿਲ ਸੋਚੀ ਹੋਏ, ਉਸ ਸਾਚੇ ਦੀਵਾਨ में पल्ला ना बखरै कोई। देखो संगत जी, विशा की है किसे ना देई बन। महाराज कहंदे जे तेरा दिल सच्चा होवेगा, दिल की है? मन है। मन नू सच्चा करना है बाणी ने, क्योंकि मन ही आत्मा है। तो महाराज कहंदे आत्मा संस्कारां दा समूह है। जदों मन रूपी आत्मा परमात्मा दे नाल जोड़ देवांगे ते सच वे फिर कोई लेखा नहीं होना, क्योंकि कबीर लेखा देना सोहिला। कई बारी ना देखो संसार च आम करके गल्लां हुंदियां ने कि तुहानू कोई काम कीता ना होवे, तुहानू पुलिस फड़ के लै जाए, जो पिछले दिनी पंजाब च चलिया, ते तुसी कहोगे कोई गल नहीं, लै चलो, मैं किहड़ा कोई काम कीता है। तुहाडे अंदर डर नहीं होवेगा, पर जे कीता होवे ते बंदा फिर घर भी नहीं वड़दा साल ना, कि मैं हुण बाहरों बाहर ही किते बेल बुल मैनू मिल जे ते ठीक है। हुण इत्थे महाराज जी गल कह रहे ने कि ਜਿਹੜੇ संत ਹੁੰਦੇ ਆ, गुरमुख ਹੁੰਦੇ ਆ, ਉਹਨਾਂ ਨੂੰ परवाह ही कोई नहीं ਹੁੰਦੀ। ਉਹ ਤੇ ਕਹਿੰਦੇ ਅੱਜ ਲੈ ਚੱਲੋ, ਕਿਉਂ? ਕਿਉਂਕਿ ਜਦੋਂ ਤੱਕ ਸਰੀਰ ਸ਼ਾ ਟੁੱਟਿਆ, ਜਦੋਂ ਸਰੀਰ ਮਰ ਗਿਆ, ਸੱਚ ਇਹ ਆਤਮਾ ਕਰਕੇ ਤੇ ਸਦਾ ਲਈ ਉਹਦੀ ਗੋਦੀ 'ਚ ਬਹਿ ਜਾਣਾ। ਮਾਤ ਸੱਚੇ ਪਿਤਾ ਕਹਿੰਦੇ ਕਬੀਰ ਲੇਖਾ ਦੇਣਾ ਸੋਹਿਲਾ, ਸੌਖਾ ਹੈ ਜੋ ਦਿਲ ਸੋਚੀ ਹੋਏ। ਅਸੀਂ ਝਾਤ ਮਾਰੀਏ ਥੋੜੀ ਜੀ ਕਿ ਮਨਾ ਅਸੀਂ ਸੁੱਚੇ ਅੰਦਰੋਂ। ਸੱਚ ਹੈ ਗੁਰੂ ਸੰਗਤ, ਮਹਾਰਾਜ ਨੇ ਸਾਨੂੰ ਸੁਚਮਤਾ ਦੀ ਵੀ ਦਾਤ ਬਖਸ਼ੀ। सतगुरु जी कहते सुचमता मिलनी आ, पर उस परमात्मा के नाम दे विच भिजिया मिलनी आ। तीर्थ नहावन जाऊं, तीर्थ नाम है, उस नाम दे नाल जुड़िया। सो गुरु साहब जी कहते उस साचे दीवान मैं पल्ला ना पकड़ै कोई। एक बाबा कबीर जी का शब्द है जी, कबीर जम का ठेंगा बुरा है, ओ ना सहया जाए। सच जानियो, स्कूल च काम नहीं करके जाना ते टीचर दी मार तो किन्ना डरना। इदां ही है ना जी, वेखो ही उदाहरणां देनियां पैंदियां, क्योंकि असीं उस संसार दी गल करदे हां जो इस अखां नाल असीं वेखिया नहीं, पर जिन्नू मत्था टेकदे हां मेरा ते 200% भरोसा है कि बाणी झूठी नहीं। बस गल इत्थे ही खत्म है। ते जे मेरा गुरु नानक कह रहा तुरकी बाणी कह रही है, ते जे मैं इत्थे बह के कमां लो जी है ही नहीं, तो मजा थोड़ी है संगत जी। सतगुरु सच्चे पिता जी कृपा कर दे जो बाणी दे अंदर कि कबीर जम का ठेंगा बुरा है। इच कोई शक नहीं कि दुनिया दे दुख, दुनिया दे कलेश, दुनिया दे रोने धोने ये भी जम ही ने, क्योंकि जमा दा ही ते रूप ने। जम दा भाव की हुंदा है कि बंदे नूं टेंशनां देनियां। मैं चलो एक उदाहरण दे दिना, सौखी कर लैने। कहंदे एक जिमींदार सी,
बड़ा सहज विच रहन वाला, बड़ा धर्मी, नाम च जुड़न वाला, ते ਉਹਦੇ ਕੋਲ ਕੋਈ ਇੰਨੀ ਪੈਲੀ ਵੀ ਨਹੀਂ ਜਿੰਨੀ ਕਿ ਹੈ, ਪਰ ਉਹਦਾ ਬੜਾ ਗੁਜ਼ਾਰਾ ਚੱਲਣਾ, ਵੱਡੀਆਂ ਵੱਡੀਆਂ ਜ਼ਮੀਨਾਂ ਵਾਲੇ ਟੈਨਸ਼ਨਾਂ 'ਚ। ਕਹਿੰਦੇ ਇੱਕ ਦਿਨ ਨਾ ਭਗਵਾਨ ਦੀ ਸ਼ੈਤਾਨ ਦੇ ਨਾਲ ਗੋਸ਼ਟੀ ਹੋਈ। ਕਹਿੰਦਾ ਵੇਖਿਆ ਮੇਰਾ ਭਗਤ ਕਿੰਨੀ ਚੜ੍ਹਦੀ ਕਲਾ 'ਚ ਰਹਿੰਦਾ। ਸ਼ੈਤਾਨ ਕਹਿੰਦਾ ਮੈਨੂੰ 6 ਮਹੀਨੇ ਤੋਂ ਦੀ ਚੜ੍ਹਦੀ ਕਲਾ ਤੇ ਮੈਂ ਕੱਢਦਾ। ਉਹ ਕਹਿੰਦਾ ਕੀ ਕਰੇਗਾ? ਕਹਿੰਦਾ ਬਸ ਮੈਨੂੰ 6 ਮਹੀਨੇ ਦੇ ਦਿਓ। ਉਹ ਕਹਿੰਦਾ ਠੀਕ ਹੈ, ਮੈਂ ਨਹੀਂ ਮੰਨਦਾ। ਉਹ ਕਹਿੰਦਾ ਮੈਂ ਕਰਕੇ ਦੱਸਾਂਗਾ। ਉਹ ਜੀ ਗਿਆ, ਧਰਤੀ ਤੇ ਆਇਆ, ਕਹਿੰਦਾ ਮੈਨੂੰ ਆਪਣਾ ਨੌਕਰ ਬਣਾ ਲੈ, ਮੈਂ ਕੁਝ ਨਹੀਂ ਲੈਣਾ, ਬਸ ਮੈਨੂੰ ਰੋਟੀ ਦੇਈ ਚੱਲੀ, ਤੇ ਮੈਨੂੰ ਤੂੰ ਬਹੁਤ ਧਰਮੀ ਲੱਗਦਾ, ਮੈਂ ਤੇਰੇ ਕੋਲ ਰਹਿਣਾ ਚਾਹੁੰਦਾ। ਕਈ ਵਾਰੀ ਲੋਕੀ ਇਦਾਂ ਵੀ ਮਾਰ ਜਾਂਦੇ ਨੇ ਕਿ ਲੈਣਾ ਕੁਝ ਨਹੀਂ ਹੁੰਦਾ, ਪਰ ਸਭ ਕੁਝ ਹੀ ਅਗਲੇ ਦਾ ਲੈ ਕੇ ਗਾਹ ਹੁੰਦੇ ਨੇ। ਹੁਣ ਸੰਗਤ ਜੀ ਇਹਨੇ ਕੀ ਕੀਤਾ, ਉਹਦੀ ਨਾ ਥੋੜੀ ਜਿਹੜੀ ਜ਼ਮੀਨ ਸੀ ਉਹ ਸੀ ਨਿਵਾਣ ਵੱਲ ਤੇ ਥੋੜੀ ਸੀ ਉੱਚੀ। ਉਹ ਕਹਿਣ ਲੱਗਾ ਇਦਾਂ ਕਰ, ਮੈਨੂੰ ਲੱਗਦਾ ਇਸ ਵਾਰੀ ਮੀਂਹ ਬੜਾ ਪੈਣਾ ਤੇ ਤੂੰ ਆਪਣੀ ਜਿਹੜੀ ਫਸਲ ਹੈ ਨਾ ਉਹ ਉੱਚੀ ਜ਼ਮੀਨ ਤੇ ਜ਼ਿਆਦਾ ਬੀਜ ਲੈ। ਉਹ ਮੰਨ ਲਈ ਉਹਨੇ ਗੱਲ ਕਿ ਚਲੋ ਮੇਰਾ ਨੌਕਰ ਹੈ, ਮੇਰੇ ਭਲੇ ਦੀ ਗੱਲ ਹੀ ਕਰਦਾ ਹੋਣਾ। ਕੁਦਰਤੀ ਇਹ ਗੱਲ ਹੋਈ, ਜਿਨ੍ਹਾਂ ਨੇ ਨੀਵੀਆਂ ਥਾਵਾਂ ਤੇ ਕੁਝ ਫਸਲ ਬੀਜੀ ਉਹ ਬਹੁਤ ਮੀਂਹ ਪਿਆ, ਉਹ ਪਾਣੀ ਨਹੀਂ ਨਿਕਲਿਆ ਉਹਨਾਂ ਤੋਂ, ਤੇ ਉਹ ਝਾੜ ਬੜਾ ਵਧੀਆ ਆਇਆ। ਹੁਣ ਅਗਲੀ ਵਾਰੀ ਉਹਨੇ ਕਿਹਾ ਕਿ ਤੂੰ ਏਦਾਂ ਕਰ, ਮੀਂਹ ਘੱਟ ਪੈਣਾ, ਤੂੰ ਨੀਵੀਂ ਜਗ੍ਹਾ 'ਤੇ ਫਸਲ ਲਾ ਲੈ, ਤੇਰੀ ਫਸਲ ਚੋਖੀ ਹੋਵੇਗੀ, ਉੱਤੇ ਲਾਈ ਤੇ ਸੁੱਖਾ ਪੈ ਜਾਣਾ। ਹੁਣ ਉਹਨੇ ਇੰਨਾ ਭਰੋਸਾ ਬਣਾ ਲਿਆ ਨਾ ਉਹ ਸ਼ੈਤਾਨ ਜਿਹੜਾ ਉਹਦੇ ਘਰ ਨੌਕਰ ਬਣ ਕੇ ਆਇਆ। ਕਹਿੰਦਾ ਗੱਲ ਸੁਣ, 2 ਫਸਲਾਂ ਸਾਂਭ ਲੀਆਂ, ਪਾਰਟੀ ਤੇ ਕੀਤੀ ਕੋਈ ਨਹੀਂ, ਏਦਾਂ ਥੋੜੀ ਗੱਲ ਬਣਦੀ। ਜੋ ਅੱਜ ਸਾਡੇ ਸਮਾਜ 'ਚ ਚੱਲਦਾ ਹੈ ਨਾ, ਸਵੇਰੇ ਪ੍ਰਕਾਸ਼ ਦਾ ਵੇਲਾ ਤੇ ਸਾਨੂੰ ਪਟਾਕਿਆਂ ਤੋਂ ਹੀ ਨਹੀਂ ਵੇਲ ਆ ਰਹੀ। ਵੇਖੋ ਖੁਸ਼ੀ ਮਨਾਓ, ਰੱਬ ਨੇ ਖੁਸ਼ੀਆਂ ਦਿੱਤੀਆਂ, ਕੋਈ ਇਹ 'ਚ ਸ਼ੱਕ ਨਹੀਂ, ਮਨਾਓ, ਅਰਬਾਂ ਰੁਪਇਆ ਲਾ ਕੇ ਮਨਾਓ, ਪਰ ਕੋਈ ਵੇਲਾ ਵੇਖ ਕੇ ਮਨਾਓ, ਰੱਬ ਦਾ ਥੋੜਾ ਭੈ ਤੇ ਖਾਈਏ ਆਪਾਂ। ਇੱਕ ਪਾਸੇ ਗੁਰਦੁਆਰਿਆਂ 'ਚ ਪ੍ਰਕਾਸ਼ ਹੋ ਰਹੇ, ਪਤਾ ਨਹੀਂ ਕਿੱਥੇ ਚੱਲੇ, ਪਰ ਜਿਹੜੀ ਗੱਲ ਸੱਚ ਹੈ ਨਾ ਉਹ ਕਹਿਣੀ ਚਾਹੀਦੀ ਹੈ। ਕਈ ਵਾਰੀ ਪਤਾ ਨਹੀਂ ਹੁੰਦਾ ਸਾਨੂੰ। ਅੰਮ੍ਰਿਤ ਵੇਲਾ ਗੁਰੂ ਦਾ ਵੇਲਾ ਹੈ, ਰਾਤ ਦਾ ਵੇਲਾ ਸ਼ੈਤਾਨ ਦਾ ਵੇਲਾ, ਉਦੋਂ ਸ਼ੈਤਾਨੀ ਵਾਲੇ ਕੰਮ ਕਰੀ ਚਲੋ ਜਿੰਨੇ ਕਰਨੇ ਆ। ਉਹ ਉਸ ਸਮੇਂ ਵੇਖੋ, ਹੁਣ ਕੋਈ ਘਰ 'ਚ ਵਿਚਾਰਾ ਨਿਤਨੇਮ ਕਰਦਾ ਹੋਵੇ ਤੇ ਉਹਦੇ ਮਨ 'ਚੋਂ ਕੀ ਨਿਕਲਿਆ ਹੋਵੇਗਾ। ਕੋਈ ਤੁਹਾਡੇ ਵਰਗੀ ਰੂਹ ਘਰ 'ਚ 4 ਵਜੇ ਉੱਠੀ ਹੋਣੀ, ਬਾਣੀ ਪੜ੍ਹ ਰਹੀ ਹੋਵੇਗੀ, ਤੇ ਉਹਨੇ ਵੀ ਇਹ ਗੱਲ ਹੀ ਕਹੀ ਹੋਣੀ, ਸਵੇਰੇ ਕੱਪ ਖਾਣਾ ਪਾਣਾ ਸ਼ੁਰੂ ਕਰਤਾ। ਥੋੜਾ ਜਿਹਾ ਅਸੀਂ ਵੇਖੀਏ ਤੁਰ ਕਿੱਧਰ ਨੂੰ ਪਈ ਸਾਡੀ ਜ਼ਿੰਦਗੀ ਦੀ ਪਟਰੀ। ਅਸੀਂ ਬਿਲਕੁਲ ਹੀ ਕੋਈ ਸਵੇਰ ਨਹੀਂ, ਦੁਪਹਿਰ ਨਹੀਂ, ਕੋਈ ਰਾਤ ਨਹੀਂ ਸਾਡਾ ਰਿਹਾ। ਨਹੀਂ, ਖੁਸ਼ੀਆਂ ਮਨਾਓ, ਗੁਰੂ ਦੇ ਰਿਹਾ, ਪਰ ਇੱਕ ਵੇਲਾ ਰੱਖੋ ਖੁਸ਼ੀ ਮਨਾਉਣ ਦਾ। ਸੋ ਜਿਹੜੀ ਬੇਨਤੀ ਕਰਨੀ, ਉਹ ਕਹਿੰਦਾ ਗੱਲ ਸੁਣ, ਪਾਰਟੀ ਕਰ ਮਿੱਤਰ ਸਾਧ, ਏਦਾਂ ਥੋੜੀ ਗੱਲ ਬਣਦੀ। ਉਹ ਗੱਲਾਂ 'ਚ ਆ ਗਿਆ, ਠੀਕ ਹੈ। ਹੁਣ ਪਾਰਟੀ ਚੱਲੀ, ਸ਼ਰਾਬ ਚੱਲੀ, ਨਸ਼ੇ 'ਚ ਧੁੱਤ। ਉਹਨੇ ਨਾ ਜੀ ਹੁਣ ਜਿਹੜੀ ਦੇਖੋ ਇਹ ਮਾਇਆ ਵਰਤਨੀ ਸੀ ਨਾ, ਉਹ ਸ਼ੈਤਾਨ ਸੀ। ਘਰ ਵਾਲੀ ਨਾ ਉਹ ਲੈ ਕੇ ਆਈ, ਜਿੱਦਾਂ ਕਹ ਲਓ ਕੋਈ ਪਾਣੀ ਲੈ ਕੇ ਆ ਜਾਂਦਾ, ਉਹਨੇ ਮਖੌਲ ਕਰਦਾ ਵਿੱਚੋਂ ਕਿਸੇ ਮਿੱਤਰ ਨੇ, ਕਿਉਂਕਿ ਜਦੋਂ ਲੱਗੀ ਹੋਵੇ ਪਤਾ ਥੋੜੀ ਲੱਗਦਾ ਬਣ ਕੀ ਦਿਆ। ਉਹ ਇਹੋ ਜਿਹਾ ਮਖੌਲ ਹੋਇਆ ਕਿ ਸਾਰਿਆਂ ਦੇ ਸਿਰ ਪਾਟ ਗਏ। ਪਾਰਟੀ ਦਾ ਰਿਹਾ ਕੱਖ ਨਾ, ਦੋਨੇ ਹੱਥ ਝਾੜੇ। ਅੱਧੀ ਕੁ ਰਾਤ ਨੂੰ ਕਹਿੰਦਾ ਮੈਂ ਚੱਲਿਆ, ਮੇਰਾ ਕੰਮ ਹੋ ਗਿਆ ਜੀ। ਉਹਦਾ ਨੌਕਰ ਸੀ, ਉਹ ਕਹਿੰਦਾ ਤੂੰ ਕੌਣ? ਕਹਿੰਦਾ ਮੇਰੀ ਰੱਬ ਨਾਲ ਸ਼ਰਤ ਲੱਗੀ ਸੀ, ਬੰਦਾ ਬੜਾ ਧਰਮੀ ਆ, ਕਹਿੰਦਾ ਇਹਦਾ ਧਰਮ 6 ਮਹੀਨਿਆਂ 'ਚ ਕੱਢ ਕੇ ਰੱਖ ਦੇਣਾ। ਇਹ ਸੱਚ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹਦੀ ਮਾਇਆ ਤੋਂ ਬਚਣਾ ਪੈਣਾ ਸਾਨੂੰ ਸੁੱਖ ਰੱਬ ਦਵੇ, ਅਸੀਂ ਸੁੱਖਾਂ 'ਚੋਂ ਜੇ ਵਰਤਾਂਤ ਨਾ ਸਿਰਜੀਏ ਕਿ ਸਾਡੇ ਸੁੱਖ ਘੰਟਿਆਂ ਦੇ ਵਿੱਚ ਹੀ ਮਲੀਆਂ ਮੇਟ ਹੋ ਕੇ ਰਹਿ ਜਾਣ। ਨਹੀਂ, ਉਹਦੇ ਸ਼ੁਕਰਾਨੇ ਚਾਹੀਏ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਾ ਸਹਿਆ ਜਾਏ, ਪਰ ਬਚ ਸਕਦੇ ਆ। ਮਹਾਰਾਜ ਕਹਿੰਦੇ ਇੱਕ ਜੋ ਸਾਧੂ ਮੋਹਿ ਮਿਲਿਆ ਤਿਨ ਲਿਆ ਅੰਚਲ ਲਾਏ। ਵੇਖੋ ਵਿਸ਼ਾ ਜੋ ਸਾਨੂੰ ਮਿਲਿਆ ਉਹਨੇ ਸ਼ਬਦ ਨਾ ਲਾ ਲਿਆ ਤੇ ਸਾਡੇ ਜੀਵਨ ਨੂੰ ਉਹ ਰੌਂ ਦਿੱਤੀ। ਉਹ ਸੱਚ ਹੈ, ਇੱਕ ਪਾਠ ਪੜਾਇਆ ਕਿ ਸਾਡੇ ਜੀਵਨ 'ਚ ਹੁਣ ਬੜੀ ਇੱਕ ਸੰਜਮਤਾ ਆ ਚੁੱਕੀ ਹੈ। ਸੋ ਬਾਬਾ ਕਬੀਰ ਜੀ ਦਾ ਇੱਕ ਹੋਰ ਸ਼ਲੋਕ, ਉਥੇ ਬਾਬਾ ਜੀ ਕਹਿੰਦੇ ਕਬੀਰ ਜੇਤੇ ਪਾਪ ਕੀਏ ਰਾਖੈ ਤਲੈ ਦੁਰਾਏ। ਸੱਚ ਹੈ, ਅਸੀਂ ਜਿਉਂਦਿਆਂ ਜੀ ਪਾਪ ਕਰਦੇ ਹਾਂ, ਸਾਨੂੰ ਕੋਈ ਕੱਪੜਾ ਪਾਉਣ ਦੀ ਲੋੜ ਨਹੀਂ, ਸਾਡਾ ਸਰੀਰ ਹੀ ਕੱਪੜਾ ਹੈ, ਉਹਨਾਂ ਪਾਪਾਂ ਨੂੰ ਰੋਜ਼ ਢੱਕਦਾ ਜਾ ਰਿਹਾ। ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਕਹਿੰਦੇ ਨੀਤ ਨਾਲ ਨਾ ਸਵੇਰ ਤੋਂ ਸ਼ਾਮ ਤੱਕ ਕਰਮ ਕਰਿਓ, ਰਾਤ ਨੂੰ ਡੈਰੀ ਪੈਨ ਫੜ ਲਿਓ, ਤੁਹਾਡੇ ਕੋਲੋਂ ਆਪਣੇ ਹੀ ਪਾਪ ਨਹੀਂ ਲਿਖੇ ਜਾਣੇ, ਇੰਨੇ ਕਰਤੇ ਹੋਣਗੇ, ਗਿਣਤੀ 'ਚ ਨਹੀਂ ਆਣੇ। ਕਹਿੰਦੇ ਤੁਹਾਡੇ ਇੱਕ ਦਿਨ ਦੀ ਕਾਲਖ ਨੇ ਡੈਰੀ ਭਰ ਦੇਣੀ ਆ, ਤੇ ਜਨਮਾਂ ਜਨਮਾਂ ਦੀ ਕੀਤੀ ਕਾਲਖ ਕਿੰਨੀ ਇਕੱਠੀ ਹੋਈ ਹੋਵੇਗੀ। ਹੁਣ ਬੰਦਾ ਕੀ ਕਰਦਾ, ਜਿਉਂਦਿਆਂ ਜੀ ਲੁਕਾਈ ਜਾਂਦਾ। ਪਰ ਮਹਾਰਾਜ ਕਹਿੰਦੇ ਇੱਕ ਦਿਨ ਆਉਂਦਾ ਜਿੱਦਣ ਸਰੀਰ ਦਾ ਕੱਪੜਾ ਖਤਮ ਹੋ ਜਾਂਦਾ ਹੈ। ਜੇਤੇ ਪਾਪ ਕੀ ਰਾਖੈ ਤਲੈ ਦੁਰਾਏ, ਪ੍ਰਗਟ ਪਏ ਨਿਧਾਨ ਸਭ। ਪ੍ਰਗਟ ਦਾ ਪਾਪ ਹੁਣ ਸਾਹਮਣੇ ਆਏ, ਨਿਧਾਨ ਕਹਿੰਦੇ ਆਖਿਰ ਨੂੰ
जब पूछे धर्मराय, जिदन धर्मराज ने पूछया क्या तैं खटिया कहाँ गवाया, चलो सिताब दीवान बुलाया, उत्थे फिर लेखे होए। हुण चलो ये एक पक्ष असीं रखिया जी कि धर्मराज लेखे मंगदा है, जे जीवन च मर जीवा होवांगे, नाम शब्द पल्ले नाल जुड़ांगे ते साडा भला। थोड़ा जिहा हुण बाणी च आपां वेखीए जदों ये पक्ष नूं भी कि धर्मराय नूं हुक्म है वै सच्चा धर्म विचार, ये भी नहीं कि धर्मराज धक्का करे, बिल्कुल नहीं, वो ही करूगा जो ओदे हुक्म च है। दूजे भाए दुष्ट आत्मा ओ तेरी सरकार। गुरु ग्रंथ साहब जी कहते जेड़े संसार दी बिरती च लगे रहे, भोगां च लगे रहे, रसां कसां च लगे रहे, ओने दूजे भाव च जिउण वाले। पहला भाव है निरंकारी धर्मी वाहिगुरु जी नाल जुड़ के रहना। दूजे भाए दुष्ट आत्मा, उन्हां दी आत्मा दुष्ट हो गई, उन्हां दे कर्म दुष्ट होए, ओ तेरी सरकार। गुरु नानक जी कहते धर्मराज गल सुन, परमात्मा ने भी तेनों हुक्म दिता है, जेड़े दुष्ट ने उन्हां नूं ते सजावां दे सकदा है, पर जेड़े धर्मी ने किते भुल के उन्हां दे वेड़े ना चल जी। अध्यात्मी हर गुण तास मन, जेड़े अध्यात्मकता नाल जुड़ के रहंदे आ, स्पिरिचुअलिटी दे नाल जुड़ के रहंदे आ। महाराज कहंदे जपै एक मुरार। धर्मराय फिर करदा की है, धर्मराय तिनकी सेवा करे धन सवारनहार। कहंदे वो जीवन किन्ने भागां वाला ते ओनू धन को जिन्ने वो जीवन संवारिया, जिस जीवन दी धर्मराज भी आके सेवा करदा पिया। साध कै संग शोभा सुर देवा, साध कै संग धर्मराय करे सेवा। गुरु जी दा एक बचन है ना जी, गुरु साहब जी कहंदे जिसनू किरपा करे तिस गुर मिलै, सो हर गुण गाए। ते अगे लिखिया संगत जी धर्मराय तिनका मित है, जम नेड़ ना आवे। वेखो बाणी दे विचों कोशिश हुंदी तुक्कां लैके जो सानू गुरु जी विशा बख्शदे ओदे अर्थ कीते जान कि जिहदे ते किरपा होई ओनू गुरु मिल गया, गुरु ने फिर नाम दिता जी, ते नाम दा अभ्यास जिन्हां ने कीता धर्मराज तो दा मित्र ही बन गया। महाराज कहंदे सतगुरु कहंदे जिसनू किरपा करे तिस गुर मिलै, सो हर गुण गावे। धर्मराय तिनका मित है, जम नेड़ ना आवे। बिल्कुल नेड़े नहीं आउंदा। जैसे एक श्लोक रखिया दे जेड़े पढ़दे होणगे सोहिला साहब जी तो पहला कि ना हो वाहिगुरु सच्चे पिता जी कहंदे जय साधु गोबिंद भजन, जिथे गुरमुख प्यारे बह के रब दी भगती करदे आ। जे साधु गोबिंद भजन कीर्तन नानक नीत, जिथे हर रोज वाहिगुरु दी बाणी दा कीर्तन हुंदा है, साधुआं दी संगत हुंदी है। धर्मराज अपने दूतां नूं कह रहा ना हो ना तू नੈ छुटै, निकट ना जाइयो दूत, उन्हां दे नेड़े ना भाई टुकियो। ये सानू जीवन गुरु साहब बख्शदे आ। बाबा जी कबीर साहब ते एक बार इत्थे एक घटना सुनाई सी, वो नाल लैनी है क्योंकि फिर सौखा हो जाता है थोड़ा। कई बारी सानू भुल जाती घटना जां संगत नवीं हुंदी आ। गुरु हरगोबिंद पातशाह जी दे वेले नित्यानंद जदों एक पंडित गुरु जी कोल चल के आया, कहंदा महाराज जी वेखो कोई तुहाडे कोल दुध मंगे, कोई पुੱਤ मंगे, कोई दुनिया दा रिजक मंगे, कोई परलोक दा धन मंगे, मैं तुहाडे कोलों कुछ नहीं इहो जिहा मंगना, बस इन्ना क करो कि अपने सिखां नूं मैनूं कथा सुणान दिया करो। महाराज कहंदे ठीक है, कहंदा मेरे च गुण है, सिखां ने जी कथा सुनिया करनी अपने उन्हां दे वेदां दी ते बड़ा ज्ञान लैना। एक दिन कथा करदियां करदियां उन्हें कहा 5 लाख मील दा सफर है, 1 साल लगदा है स्वर्गां च जाण नूं, नरकां च जाण नूं, रब दे घर नूं कि उत्थे 1 साल लगदा है। हुण ये गल सिखां नूं नहीं पची क्योंकि सिख ते गुरु नानक जी दी बाणी दी विचारधारा नाल जुड़े। वो कहण लगे पंडित जी अज तो पहला तुसीं जो कथा कीती असीं तुहानूं बड़ी माया रखी, अज असीं तुहानूं माया भी इसे करके रखी कि तुसीं गुरमत तो थोड़े जिहे भटक गए हो। उन्हें ना गुस्सा किया, वो कहन लगा मेरी गल सुने दा भाव कि वेद किते फिर झूठ कहंदे आ। सतगुरु महाराज लग गई सी। गुरु हरगोबिंद पातशाह ने ड्यूटी लाई भाई गुरदास जी दी, कहंदे इहनूं समझाओ कि गुरु नानक दा फलसफा की है। 4 सिखां दा जिक्र है जी उत्थे, भाई सुंदर जी, भाई लाल जी, भाई मया जी ते भाई निहाला जी। इनू जे असीं घंटियां च वेखीए ते भाई सुंदर जी कहंदे 12 घंटे लगदे आ। जे धर्मी जीवन होवे, इखलाक चंगा होवे, गुरु दी बाणी अमृत दियां दातां लईआं होवन ते केवल 12 घंटे, भाव कि ये बन गए 2 पैर बने आ, 4 पैर बने। ते दूजा सिख बोलिया नहीं सुंदर जी तुसीं ज़्यादा कहता,
लाल जी बोले एवें 6 घंटे मसा ही लगते आ, 2 पैरों में बंदा जिहड़ा वो मरण तो बाद आत्मा का सफर करके रब दे घर पहुंच जाता। तीजा बोलिया भाई मया, देखो ये अपनी अपनी अवस्था होंगी ना, जिन्ना कोई जुड़िया होवे वो कहता नहीं अजे भी गल नहीं बनी, एवें मसा घंटा कोई लगता है, 1 पैर ही लगता है, 3 घंटे च बंदा सफर कर दिंदा। चौथा सी भाई निहाला, बड़ी रंगी रूह सी बहुत ज्यादा, उन्हें एक तुक पढ़ी सब तो पहला, कहते जिन्होंने गुरु नानक ने नवाजता ना धरती ते, कोई घंटे नहीं, कोई साल नहीं, कोई सफर नहीं, बस इत्थे श्वास निकले आत्मा उसे क्षण गुरु नानक की गोद में जाके बह जाती। करोगे इन्ना भरोसा, बाणी सफर मुका दिंदी आ, दुनिया के दुखों के भी ते सच एवे आत्मा दे भी दुखों के सफर, 84 दे दुखों के सफर बाणी मुका दिंदी आ। वा शर्ते भरोसा करिए इस बाणी ते। उत्थे फिर सिख ने कहा सी कि नानक जिनको सतगुर मिलिया तिनका लेखा निबड़िया। एक दिन भोग ते मैं बिल्कुल इशारा दिता, पर इत्थे हुंदा निठ के बाणी दे प्रमाण लैके साखी नूं खोलीए। देखो संगत, मार सच्चे पिता दे सिख भाई गुरदास जी कहते सुनो गुरबाणी दी विचारधारा की है। गुरबिलास पातशाही 6वीं विच तुका सी कि सुन पंडित ए वेद पुराना, जगत ताड़न के सच है, जगत लोग ताड़न विद नाना। कहते गुर सिखन पर बल नहीं पावा। आ जेडे तू धर्मराज की गल करदा ना दूतां दी, ए मेरे सिखां दे उत्ते दा जोर नहीं चलदा। धर्मराज मन में भै खावे, जिथे मेरा रंगिया सिख होवे उहदे तो ते धर्मराज भी भै खांदा। तू किहड़े लेखियां दी गल करदा? इनू बाणी विच फिर भाई गुरदास ने वे लिया जी। भाई जी कहन लगे कि सच है दुनिया दे लोगो, जे पेंड है लूटी पनहारी, सो मार्ग संतन दुरारी। सतगुर पूरै साच कहया, नाम तेरे की मुक्ते बीथी, जम का मार्ग दूर रहा। इहदे अर्थ सुनियो, जेह पेंड है भाव की जे रस्ते, लूटी पनहारी कि जेड़े माया दे पानी भरन वाले आ, संसारी सुखां दे, वो लुटे जाणगे, ठगे जाणगे उस घर दे अंदर। उथे मर्ज कहते कर्म धर्म पाखंड जो दिसै तिन, जम जागाती लुटां नूं उन्हां नूं लुट लैणगे उन्हां दे कर्म धर्मां नूं। पर सो मार्ग संतन दुरारी, संतां तो राह बहुत दूर रह गया। क्यों रह गया? क्योंकि सतगुर पूरे साच कहया, नाम तेरे की मुक्ते बीथी। बीथी कहते गली नूं, रस्ते नूं। मुक्ते दा भाव उन्हां दी जिहड़ी जिस रस्ते तो उन्होंने जाना सी, वो गुरु साहब ने बहुत खोल दी। ते जम का मार्ग दूर है। किवें खोलदा गुरु? उन्हें भी पता लगे ना सानू बाणी चो। ते बाबा जी दा एक शब्द है जी, कबीर जी दा। बाबा जी कहते कबीर मुक्त द्वारा संकुरा, राई दसें भाए, मन तो मैगल होए रहा, निकसों क्यों कर जाए। देखो कबीर जी कहते जेड़ा रब दे घर नूं जाण वाला राह ना जी, वो राई दे दाने तो भी 10वां हिस्सा हुंदा है। मान लो सरों का दाना सौखा, अजकल राई कौन वेखदा है, उहदे तो भी 10वां हिस्सा जिस राह दे विचों आत्मा नूं लंघना पैंदा है। मतलब इन्ने करड़े दुख ने आत्मा दे। सतगुरु महाराज कहते फिर मन तो मैगल होए रहा, मन संसार च हंकारी हाथी बनया रहिंदा है। ते जे इन्ना बरीक रस्ता है ते हंकारी मन किवें लंघूगा फिर उस राह तो? महाराज जी कोई राह ते दसो। कहते कोई राह है, वो केड़ा? सतगुरु बाबा कबीर जी बाणी च कहते ऐसा सतगुर जे मिलै, तुठा करे पसाओ, मुक्त द्वारा मोकला सहजे आवो जाओ। कहते गुरु नानक मिल पवे, गुरु ग्रंथ साहब मिल पाए, धन गुरु गोबिंद सिंह वर्गा गुरु मिल पाए, जेड़ा राई तो 10वें हिस्से दा मार्ग सी, रब इन्ना खोल दिंदा परिवार समेत भी लंघ जी, तत्ती वाह नहीं लगेगी। बाबा फरीद भी यही गल कहते, वो मुसलमानी तरीके नाल कहते, कहते बालो नीकी पुर सलात, जेड़ा मुसलमाना दा ना जी, उन्हों एक पुल है, उन्होंने सरात दा पुल कहते आ। ते ओ पुल दी जे सी कहोगी चौड़ाई किन्नी, कहते बस वाल जिन्नी बरीक है। ते हुण दसो किवें लंघांगे, आत्मा किवें लंघे? वो तो इत्थों तक मनदे जी जोकावां थल्ले, ते जेड़े माड़े कर्म करदे आ वो फिर सजा आत्मावां भोगदियां। वालो नीकी पुर सलात, कन्नी ना सुनी आए। बाबा फरीद कहते ओ मन तू सुता रहा, तेनू राह नहीं चेता। वालो नेकी पुरुष लाद, कन्नी ना सुनी आए, किड़ी पवंदई। इहदा भावे तेनू गुरु मुरशद पीर पैगंबर जागियां रूहां पुकार पुकार के कहदियां,
खड़ा ना आप मुहाए, क्यों जिउंदियां जी मुहाए दा पावे, ठगिया जा रहा है वो राह चेते कर, नहीं तो एक दिन लंघना औखा हो जाएगा। बाबा जी कहते फरीदा को कहंदे आ चगेंदे आ मती देंदे आ नित, जो शैतान वजाया सो कित फेरे चित। पर कहते जिन्हां दे मनां नूं शैतानां ने अपने कब्जे च लिया ना, वो चित फेर नहीं सकते। उन्हां नूं संसार मिठा लगदा, बाणी कौड़ी लगदी है। उन्हां नूं दुनिया दियां सत्थां च बहना चंगा लगदा, संगत च बहना औखा लगदा। ये देखो ये बाणी है संगत जी, इत्थे मन मारने पैना, इत्थे मर्ज कहंदे बहने पैना। ਜਿਹੜੇ गुरु की बाणी नूं जिउंदियां जी प्यार करनगे, संगत नूं प्यार करनगे, सच जाणिओ माज सच्चे पिता कहंदे ये लगियां घड़ियां लेखे लगणगियां। ये घड़ियां ने सानू उस रब दे घरों बचा लेना। साडे 3 शरीर ने, ये बड़े सूखम विषय कदे इत्थे बोली दे नहीं, क्योंकि जिन्ना क लैवल होवे गल उन्नी क करिए। एक शरीर जो मेरा दिस रहा ये है, एक जो इनू चला रहा इनू सूखम शरीर आत्मा कहते, एक कारण शरीर हुंदा है। देखो जिहड़ा है साडा ये जिस्म ये सड़ जाना है, आत्मा ने कर्मानुसार अगला चोला पहन लेना है। जिहड़ा कारण शरीर है उन्हें जाके सजावां भोगनी है। एक होर बेनती सुनियो, जदों असीं रोटी खाने उहदे 3 हिस्से बनते आ। ये तां करके महापुरख कहते सी रोटी खान लग्या ना मंदा बोलो, ना कोई गल करो, ना टैलीविजन च कुछ हो जा वेखो, क्योंकि जो खा रहे हो बुरकी राही जहर अंदर जा रहा। पहला जो रोटी खाधी वो साडी एनर्जी बनी, एक हिस्सा रोटी का। दूजा जो रोटी खाधी वो साडी क्रिया च चली गई, जिन्हों असीं वाशरूम च जाके क्रिया कर देने वो शब्द। तीजा हिस्सा जिहड़ी अन्न खाने आ ओह जा मन बनदा, ओह जे थोट मन घटदा। जदों भी बाणी पढ़िए बीबियां खास करके ध्यान देन कि बाणी पढ़ो, जे नहीं जप सकते चुप रहो, फोन ते बाणी ला लो। सच जानिओ सानू रोटी पकाने दा ढंग भुल गए, साडे घरां चों कलेश ही नहीं मुक रहे। जिद्दन साडी रसोई च अमृत आ जाऊगा ना, साडी रोटी बेलने तो लैके पकाउण तक ते वरताउण तक छकण वाले सारे ब्रह्म ज्ञानी होवणगे, काला सुभाव वाला रहूगा ही कोई नहीं। असी कड़छी मारी टूटियां कंच, असी तेल दा तड़का लाया ते हाँ वीडियो कॉल सामने लगी आ, वेखो साडे हाल की बन गए। माफ करियो असी अपने बच्चियां नूं जहर दे रहे हैं अज, ते साडे बच्चियां दी दिशा उधर नूं चली गई। जदों अन्न वधिया होवेगा, सहज संजम च होवेगा, सच जाने उन्हें मन इन्ना मौल कर देना कि बाणी ते नाम वाले पासे आवेगा। चलो ये तो अरदास ही आ वैसे संगत जी, ये नहीं मैं तुहानू सुना रहा, सारियां दी घर दी होई कहानी आ। इत्ते किते गुरु जे ते कृपा कर दे, उन्हां दा बस फिर बारे न्यारे आ जिंदगी दे। अज असी अद्धी तुक लई जिहड़ी अगे रह गई सी कि किसे ना देई बन, आपां भी संगत च आईए। कल नूं विसाख दा महीना वैसाखी है, खालसे पंथ दी साधना दिवस है। इस करके इन्हां दिनां विच वध तों वध बाणी नाम नाल जुड़ो। गुरु घरां च जरूर तुसी मेलियां ते जाना, उत्थे जाके भी अपने ਲਈ जिथे दुनिया दा धन मंगना उत्थे अमृत, उत्थे नाम बाणी दा अभ्यास मंगीए, ताकि लोग सुखीए पर लोग सुहेले होवन जी। भुल्लां दी खिमा। वाहिगुरु जी का खालसा, वाहिगुरु जी की फतेह।